ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਅਜਮੇਰ ਸਿੰਘ ਜੀ ਦੀ ਰਚਨਾ 20ਵੀਂ ਸਦੀ ਦੀ ਸਿੱਖ ਰਾਜਨੀਤੀ, ਭਾਗ 15ਵਾਂ। ਕਾਂਗਰਸ ਦੇ ਨਾਗਪੁਰ ਸੈਸ਼ਨ ਅੰਦਰ ਰਾਜਾਂ ਦੀ ਭਾਸ਼ਾ ਦੇ ਆਧਾਰ 'ਤੇ ਨਵੇਂ ਸਿਰਿਓਂ ਹੱਦਬੰਦੀ ਗਊ ਖੇਤਰ ਦੇ ਕਾਂਗਰਸੀ ਆਗੂਆਂ ਨੇ ਇਸ ਨੂੰ ਅਧਮੰਨੇ ਚਿੱਤ ਨਾਲ ਹੀ ਪ੍ਰਵਾਨ ਕੀਤਾ ਸੀ। ਉਹ ਇਹ ਵੀ ਅਲੱਗ-ਅਲੱਗ ਕੌਮੀਅਤਾਂ ਦੇ ਵਿਕਾਸ ਦੇ ਨੁਕਤਾ ਨਜ਼ਰ ਤੋਂ ਨਹੀਂ, ਸਗੋਂ ਲੋਕਾਂ ਦੇ ਵੱਧ ਤੋਂ ਵੱਧ ਹਿੱਸਿਆਂ ਤੱਕ ਪਹੁੰਚ ਕਰਨ ਦੇ ਸੀਮਤ ਮੰਤਵ ਨੂੰ ਮੁੱਖ ਰੱਖਦੇ ਹੋਏ। ਇਸ ਕਰਕੇ ਰਾਜ ਭਾਗ 'ਤੇ ਕਾਬਜ਼ ਹੋਣ ਤੋਂ ਬਾਅਦ ਉੱਤਰੀ ਭਾਰਤ ਦੀ ਕਾਂਗਰਸੀ ਲੀਡਰਸ਼ਿਪ, ਜਿਸ ਦਾ ਸਰਗਣਾ ਪੰਡਿਤ ਜਵਾਹਰ ਲਾਲ ਨਹਿਰੂ ਜੀ ਨੇ ਇਸ ਮਸਲੇ ਤੇ ਟਾਲ ਮਟੋਲ ਸ਼ੁਰੂ ਕਰ ਦਿੱਤੀ। ਪਰ ਦੱਖਣ ਦੇ ਕਾਂਗਰਸੀ ਆਗੂਆਂ, ਖਾਸ ਕਰਕੇ ਪੱਟਾਭੀ ਸੀਤਾਰਾਮਈਆ, ਜੋ 1948 'ਚ ਕਾਂਗਰਸ ਦਾ ਕੁੱਲ ਹਿੰਦ ਪ੍ਰਧਾਨ ਸੀ, ਦੇ ਦਬਾਅ ਪਾਉਣ 'ਤੇ ਕਾਂਗਰਸੀ ਹਾਕਮਾਂ ਨੂੰ ਨਾ ਚਾਹੁੰਦਿਆਂ ਹੋਇਆਂ ਵੀ ਦੱਖਣ ਵਿੱਚ ਭਾਸ਼ਾ ਦੇ ਆਧਾਰ 'ਤੇ 4 ਨਵੇਂ ਰਾਜ ਕੇਰਲਾ, ਕਰਨਾਟਕ, ਆਂਧਰਾ ਪ੍ਰਦੇਸ਼ ਤੇ ਮਹਾਰਾਸ਼ਟਰ ਬਣਾਉਣ ਦੀ ਮੰਗ ਕਬੂਲ ਕਰਨੀ ਪੈ ਗਈ। ਪਰ ਕਾਂਗਰਸੀ ਹਾਕਮਾਂ ਨੇ ਸਿੱਖਾਂ ਦੀ ਪੰਜਾਬੀ ਸੂਬੇ ਦੀ ਮੰਗ ਦਾ ਰਾਹ ਬੰਦ ਕਰਨ ਦੇ ਮਨਸ਼ੇ ਨਾਲ ਅਪ੍ਰੈਲ 1949 ਵਿੱਚ ਕਾਂਗਰਸ ਵਰਕਿੰਗ ਕਮੇਟੀ ਵੱਲੋਂ ਇਹ ਫੈਸਲਾ ਕਰ ਮਾਰਿਆ ਕਿ ਉੱਤਰ ਵਿੱਚ ਨਾ ਕੋਈ ਨਵਾਂ ਰਾਜ ਬਣਾਇਆ ਜਾਵੇਗਾ ਅਤੇ ਨਾ ਹੀ ਰਾਜਾਂ ਦੀਆਂ ਮੌਜੂਦਾ ਹੱਦਬੰਦੀਆਂ ਅੰਦਰ ਕਿਸੇ ਕਿਸਮ ਦਾ ਫੇਰ-ਬਦਲ ਕੀਤਾ ਜਾਵੇਗਾ। ਇੱਥੋਂ ਤੱਕ ਕਿ ਕਿਸੇ ਤਜਵੀਜ਼ ਅੰਦਰ ਕਿੰਨਾ ਵੀ ਵਜਨ ਕਿਉਂ ਨਾ ਹੋਵੇ, ਉਸ ਨੂੰ ਕਿਸੇ ਵੀ ਸੂਰਤ ਪ੍ਰਵਾਨ ਨਹੀਂ ਕੀਤਾ ਜਾਵੇਗਾ। ਬਹਾਨਾ ਇਹ ਘੜਿਆ ਗਿਆ ਕਿ ਰਾਜਾਂ ਦੇ ਪੁਨਰਗਠਨ ਨਾਲ ਦੇਸ਼ ਦੀ ਏਕਤਾ ਕਮਜ਼ੋਰ ਪੈ ਜਾਵੇਗੀ ਤੇ ਇਸ ਦੀ ਸੁਰੱਖਿਆ ਨੂੰ ਖਤਰਾ ਖੜਾ ਹੋ ਜਾਵੇਗਾ। ਇਸੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬੀ ਸੂਬੇ ਦੀ ਮੰਗ ਉਠਾਉਣੀ ਸ਼ੁਰੂ ਕਰ ਦਿੱਤੀ ਹੋਈ ਸੀ। ਮਾਸਟਰ ਤਾਰਾ ਸਿੰਘ ਨੇ 2 ਅਗਸਤ 1948 ਨੂੰ ਦਿੱਲੀ ਪ੍ਰੈਸ ਕਾਨਫਰੰਸ ਕਰਕੇ ਅਕਾਲੀ ਦਲ ਦੀ ਤਰਫੋਂ ਇਸ ਦਾ ਰਸਮੀ ਤੌਰ 'ਤੇ ਐਲਾਨ ਕਰ ਦਿੱਤਾ ਸੀ। ਅਕਾਲੀ ਆਗੂਆਂ ਦੇ ਮੂੰਹੋਂ ਇਹ ਮੰਗ ਨਿਕਲਣ ਦੀ ਦੇਰ ਹੀ ਸੀ ਕਿ ਪੰਜਾਬ ਦੀ ਆਰੀਆ ਸਮਾਜੀ ਪ੍ਰੈਸ ਨੇ ਇਸ ਵਿਰੁੱਧ ਫਿਰਕੂ ਤੂਫਾਨ ਪੈਦਾ ਕਰ ਦਿੱਤਾ। ਬੇਸ਼ੱਕ ਸਾਰੇ ਪ੍ਰਮੁੱਖ ਅਕਾਲੀ ਆਗੂ ਵਾਰ-ਵਾਰ ਇਹ ਸਫਾਈਆਂ ਦੇ ਰਹੇ ਸਨ ਕਿ ਉਹ ਪੰਜਾਬੀ ਬੋਲੀ ਦੇ ਆਧਾਰ 'ਤੇ ਪੰਜਾਬੀ ਸੂਬੇ ਦੀ ਮੰਗ ਕਰਦੇ ਹਨ, ਨਾ ਕਿ ਸਿੱਖ ਸੂਬੇ ਦੀ। ਪਰ ਹਿੰਦੂ ਪ੍ਰੈਸ ਉਹਨਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਸੀ। ਇਸ 'ਤੇ ਯਕੀਨ ਕਰਨਾ ਤਾਂ ਦੂਰ ਦੀ ਗੱਲ ਸੀ। ਆਰੀਆ ਸਮਾਜੀ ਪ੍ਰੈਸ ਨੇ ਪੰਜਾਬੀ ਸੂਬੇ ਦੀ ਮੰਗ ਨੂੰ ਸਿੱਖ ਰਾਜ, ਸਿੱਖ ਸਤਾਨ, ਸਿੱਖ ਹੋਮਲੈਂਡ ਤੇ ਖਾਲਿਸਤਾਨ ਦੀ ਮੰਗ ਬਣਾ ਕੇ ਪੇਸ਼ ਕਰਨਾ ਸ਼ੁਰੂ ਕਰ ਦਿੱਤਾ। ਅਕਾਲੀ ਦਲ ਵੱਲੋਂ 40ਵੀਆਂ 'ਚ ਆਜ਼ਾਦ ਪੰਜਾਬ ਦੇ ਸਿੱਖ ਸਟੇਟ ਸੰਬੰਧੀ ਲਏ ਫੈਸਲਿਆਂ ਦੇ ਪ੍ਰਸੰਗ ਨਾਲੋਂ ਟੁੱਟਵੇਂ ਹਵਾਲੇ ਦੇ ਕੇ ਆਮ ਹਿੰਦੂ ਵਰਗ ਅੰਦਰ ਤੁਅੱਸਬ ਪੈਦਾ ਕਰਨ ਦੇ ਬਦਨੀਤੇ ਯਤਨ ਆਰੰਭ ਕਰ ਦਿੱਤੇ ਗਏ। ਹਿੰਦੂ ਪ੍ਰੈਸ ਦਾ ਇਹ ਹਮਲਾ ਇੰਨਾ ਵਿਉਂਤਬੱਧ, ਇੰਨਾ ਵਿਆਪਕ ਤੇ ਇੰਨਾ ਜ਼ਹਿਰੀਲਾ ਸੀ ਕਿ ਸਿੱਖ ਆਗੂਆਂ ਦਾ ਆਪਣੀ ਮੰਗ ਉੱਤੇ ਜ਼ੋਰ ਦੇਣ ਨਾਲੋਂ ਸਪਸ਼ਟੀਕਰਨ ਤੇ ਸਫਾਈਆਂ ਦੇਣ ਉੱਤੇ ਵੱਧ ਸਮਾਂ ਅਤੇ ਸ਼ਕਤੀ ਖਰਚ ਹੁੰਦੀ ਰਹੀ। ਸਿਰਲੇਖ ਚੌਤਰਫੀ ਘੇਰਾਬੰਦੀ। ਅਸਲ ਵਿੱਚ ਸੰਨ 47 ਦੇ ਬਟਵਾਰੇ ਦੌਰਾਨ ਲੁੱਟੀ ਪੁੱਟੀ ਤੇ ਲਹੂ ਲੁਹਾਨ ਹੋਈ ਸਿੱਖ ਕੌਮ ਨੂੰ ਕਈ ਤਰਫੋਂ ਅਤੇ ਬਹੁਤ ਹੀ ਸ਼ਕਤੀਵਾਨ ਹਮਲੇ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਬਟਵਾਰੇ ਤੋਂ ਬਾਅਦ ਪੰਜਾਬ ਅੰਦਰ ਹਿੰਦੂ ਵਰਗ ਦੀ ਭਾਰੀ ਬਹੁਸੰਮਤੀ 62% ਬਣ ਜਾਣ ਸਦਕਾ ਪੰਜਾਬ ਪੂਰੀ ਤਰ੍ਹਾਂ ਕਾਂਗਰਸ ਪਾਰਟੀ ਦੇ ਯਮ ਜੱਫੇ 'ਚ ਆ ਗਿਆ ਸੀ। ਪੰਜਾਬ ਅੰਦਰ
ਕਾਂਗਰਸ ਪਾਰਟੀ ਨੂੰ ਆਰੀਆ ਸਮਾਜ ਦਾ ਹੀ ਰਾਜਸੀ ਵਿੰਗ ਕਿਹਾ ਜਾ ਸਕਦਾ ਸੀ, ਜੋ ਪੰਜਾਬ ਦੇ ਹਿੰਦੂ ਵਪਾਰੀ ਵਰਗ ਦੀ ਸੋਚ ਤੇ ਹਿੱਤਾਂ ਦੀ ਤਰਜਮਾਨੀ ਕਰਦਾ ਸੀ। ਭਾਵੇਂ ਗਿਣਤੀ ਦੇ ਲਿਹਾਜ਼ ਨਾਲ ਆਪਣੇ ਆਪ ਵਿੱਚ ਇਹ ਵਰਗ ਪੰਜਾਬੀ ਵਸੋਂ ਦਾ ਇੱਕ ਨਿਗੁਣਾ ਭਾਗ ਹੀ ਸੀ, ਪਰ ਇਸ ਵਰਗ ਦੀ ਰਾਜਨੀਤਿਕ ਤੇ ਸੱਭਿਆਚਾਰਕ ਮਾਰ ਇਸ ਦੇ ਆਕਾਰ ਨਾਲੋਂ ਕਈ ਗੁਣਾ ਵੱਧ ਸੀ। ਪੰਜਾਬ ਦਾ ਸਮੁੱਚਾ ਸਵਰਨ ਜਾਤੀ ਹਿੰਦੂ ਤਬਕਾ ਇਸ ਬਾਣੀਆਂ ਵਰਗ ਦਾ ਪੱਕਾ ਯੁੱਧ ਸਾਥੀ ਸੀ। ਸਮੁੱਚੇ ਗਊ ਖੇਤਰ ਦਾ ਬ੍ਰਾਹਮਣ ਤੇ ਬਾਣੀਆਂ ਪੰਜਾਬੀ ਹਿੰਦੂ ਵਰਗ ਦਾ ਡਟਵਾਂ ਵਿਚਾਰਧਾਰਕ ਸੰਗੀ ਸੀ। ਸਿੱਖ ਵਿਰੋਧ ਦੇ ਮਾਮਲੇ ਵਿੱਚ ਪੰਜਾਬੀ ਹਿੰਦੂ ਵਰਗ ਨੂੰ ਉੱਤਰੀ ਭਾਰਤ ਦੀ ਆਮ ਹਿੰਦੂ ਜਨਤਾ ਦੀ, ਖਾਸ ਕਰਕੇ ਸਵਰਨ ਜਾਤੀ ਦੇ ਤਬਕਿਆਂ ਦੀ ਪੱਕੀ ਹਮਾਇਤ ਹਾਸਲ ਸੀ। ਪੰਜਾਬ ਤੋਂ ਲੈ ਕੇ ਕੇਂਦਰ ਤੱਕ ਸਭਨਾ ਅਹਿਮ ਖੇਤਰਾਂ ਅੰਦਰ ਤੇ ਪਦਵੀਆਂ ਉੱਤੇ ਮੁਤੱਸਬੀ ਵਿਚਾਰਧਾਰਾ ਨੂੰ ਪ੍ਰਣਾਏ ਪੰਜਾਬੀ ਹਿੰਦੂ ਅਫਸਰ ਸ਼ਾਹ ਕੁਲਾਣੇ ਦੀ ਸਰਦਾਰੀ ਸੀ। ਪੰਜਾਬ ਅੰਦਰ ਪ੍ਰੈਸ ਆਰੀਆ ਸਮਾਜੀ ਤਾਕਤਾਂ ਦਾ ਪ੍ਰਮੁੱਖ ਹਥਿਆਰ ਸੀ, ਜਿਸ ਦੀ ਫਿਰਕੂ ਦੇਸ਼ਾਂ ਲਈ ਵਰਤੋਂ ਦਾ ਉਸ ਨੂੰ ਵਿਸ਼ੇਸ਼ ਤਜਰਬਾ ਤੇ ਮੁਹਾਰਤ ਹਾਸਲ ਸੀ। ਕੁੱਲ ਹਿੰਦੀ ਪੱਧਰ ਤੇ ਕਾਂਗਰਸ ਪਾਰਟੀ ਤੇ ਹਕੂਮਤ ਅੰਦਰ ਪੰਜਾਬੀ ਹਿੰਦੂ ਵਰਗ ਦਾ ਖਾਸ ਅਸਰ ਰਸੂਖ ਸੀ ਅਤੇ ਪੰਜਾਬ ਤੇ ਸਿੱਖ ਪੰਥ ਦੇ ਸਬੰਧ 'ਚ ਨੀਤੀ ਨਿਰਣੇ ਤੈਅ ਕਰਨ ਦੇ ਮਾਮਲੇ 'ਚ ਉਸ ਦੀ ਪੁਗਾਊ ਹੈਸੀਅਤ ਸੀ। ਪੰਜਾਬੀ ਹਿੰਦੂ ਵਰਗ ਦੀ ਤਾਕਤ ਤੇ ਅਸਰ ਰਸੂਖ ਦੇ ਇਸ ਵਿਸ਼ਾਲ ਤਾਣੇ ਬਾਣੇ ਅੰਦਰ ਸਿੱਖ ਕੌਮ ਚੁਫੇਰਿਓਂ ਘਿਰੀ ਤੇ ਖਤਰੇ ਮੂੰਹ ਆਈ ਮਹਿਸੂਸ ਕਰਨ ਲੱਗੀ। ਕੁੱਲ ਹਿੰਦ ਪੱਧਰ ਤੇ ਕਾਂਗਰਸੀ ਹਿੰਦੂ ਲੀਡਰਸ਼ਿਪ ਆਪਣੇ ਸਾਰੇ ਵਾਅਦਿਆਂ ਤੇ ਇਕਰਾਰਾਂ ਤੋਂ ਬੇਹਯਾਈ ਨਾਲ ਮੂੰਹ ਭੁਆ ਕੇ ਆਜ਼ਾਦ ਭਾਰਤ ਦੇ ਸੰਵਿਧਾਨ ਅੰਦਰ ਸਿੱਖਾਂ ਦੇ ਨੁਕਤਾ ਨਜ਼ਰ ਨੂੰ ਸੂਈ ਦੇ ਨੱਕੇ ਜਿੰਨੀ ਵੀ ਜਗ੍ਹਾ ਦੇਣ ਲਈ ਤਿਆਰ ਨਹੀਂ ਸੀ। ਸਿੱਖ ਪੰਥ ਦੇ ਸਰੋਕਾਰਾਂ, ਤੌਖਲਿਆਂ ਤੇ ਮੰਗਾਂ ਨੂੰ ਨਾ ਸਿਰਫ ਬੇਰੁਖੀ ਨਾਲ ਠੁਕਰਾਇਆ ਜਾ ਰਿਹਾ ਸੀ, ਸਗੋਂ ਉਹਨਾਂ ਦਾ ਬਹੁਤ ਹੀ ਕਰੂਰਤਾ ਨਾਲ ਮਖੌਲ ਉਡਾਇਆ ਜਾ ਰਿਹਾ ਸੀ। ਵਿਧਾਨ ਸਾਜ ਅਸੈਂਬਲੀ ਅੰਦਰ 25 ਮਈ 1949 ਨੂੰ ਧਾਰਮਿਕ ਘੱਟ ਗਿਣਤੀ ਵਰਗ ਵਜੋਂ ਸਿੱਖਾਂ ਲਈ ਰਿਜ਼ਰਵੇਸ਼ਨ ਦੀ ਮੰਗ ਤੇ ਵਿਰੋਧ ਵਿੱਚ ਸਰਦਾਰ ਪਟੇਲ ਵੱਲੋਂ ਦਿੱਤਾ ਗਿਆ ਚਿੜਚਿੜਾ ਭਾਸ਼ਣ ਸਿੱਖ ਸੰਵੇਦਨਸ਼ੀਲਤਾ ਨੂੰ ਟਿੱਚ ਕਰਕੇ ਜਾਣਨ ਦੀ ਹੰਕਾਰੀ ਬਿਰਤੀ ਦਾ ਸੁੰਦਰ ਨਮੂਨਾ ਪੇਸ਼ ਕਰਦਾ ਹੈ। ਦੂਜੇ ਹੱਥ ਫਿਰਕੂ ਤਵੱਸਬਾਂ ਦੀ ਡੰਗੀ ਬਿਰਤੀ ਦਾ ਡੰਗੀ ਹੋਈ ਹਿੰਦੂ ਅਫਸਰਸ਼ਾਹੀ ਹਰ ਖੇਤਰ ਅੰਦਰ ਸਿੱਖਾਂ ਨੂੰ ਪਰੇਸ਼ਾਨ ਕਰਨ ਤੇ ਨੁਕਰੇ ਲਾਉਣ ਲਈ ਤੁਲੀ ਹੋਈ ਸੀ। ਨੌਕਰੀਆਂ ਦੀ ਭਰਤੀ ਤੋਂ ਲੈ ਕੇ ਤਰੱਕੀਆਂ ਦੇਣ ਤੱਕ, ਡਿਊਟੀਆਂ ਦੀ ਵੰਡ ਤੋਂ ਲੈ ਕੇ ਛੁੱਟੀਆਂ ਮਨਜ਼ੂਰ ਕਰਨ ਤੱਕ ਹਰ ਖੇਤਰ ਅੰਦਰ ਸਿੱਖਾਂ ਨੂੰ ਦੁਪਿਆਰਿਆ ਤੇ ਜਲੀਲ ਕੀਤਾ ਜਾ ਰਿਹਾ ਸੀ। ਫਿਰਕੂ ਪੱਖਬਾਜ਼ੀ ਦੀ ਇਹ ਖੇਡ ਇੰਨੇ ਨੰਗੇ ਰੂਪ ਵਿੱਚ ਖੇਡੀ ਜਾ ਰਹੀ ਸੀ ਕਿ ਗਊ ਦੇ ਜਾਇਆਂ ਵਰਗੇ ਕਾਂਗਰਸੀ ਸਿੱਖਾਂ ਨੂੰ ਵੀ ਇਸ ਵਿਰੁੱਧ ਖੁੱਲ੍ਹੇ ਬਿਆਨ ਦੇਣ ਲਈ ਮਜਬੂਰ ਹੋਣਾ ਪੈ ਰਿਹਾ ਸੀ। ਪੰਜਾਬ ਦੀ ਸਮੁੱਚੀ ਹਿੰਦੂ ਪ੍ਰੈਸ, ਹਿੰਦ ਸਮਾਚਾਰ, ਪੰਜਾਬ ਕੇਸਰੀ, ਮਿਲਾਪ, ਪ੍ਰਤਾਪ ਤੇ ਟ੍ਰਿਬਿਊਨ ਆਦਿ ਨੇ ਇਸ ਸਿੱਖ ਵਿਰੋਧੀ ਫਿਰਕੂ ਜਹਾਦ ਅੰਦਰ ਤੋਪਖਾਨੇ ਦੀ ਕਮਾਨ ਸੰਭਾਲ ਲਈ ਹੋਈ ਸੀ, ਜਿੱਥੋਂ ਸ਼ਬਦਾਂ ਦੀ ਥਾਂ ਤੇ ਫਿਰਕੂ ਤਵੱਸਬਾਂ ਦਾ ਬਾਰੂਦ ਵਰਤਿਆ ਜਾ ਰਿਹਾ ਸੀ। ਇਸ ਹਾਲਤ ਨੇ ਆਮ ਸਿੱਖ ਜਨਤਾ ਅਤੇ ਸਿੱਖ ਲੀਡਰਸ਼ਿਪ ਉੱਤੇ ਦੋਹਰਾ ਅਸਰ ਛੱਡਿਆ। ਜਿੱਥੇ ਇਸ ਨਾਲ ਸਿੱਖ ਭਾਈਚਾਰੇ ਤੇ ਉਸ ਦੀ ਲੀਡਰਸ਼ਿਪ ਦੇ ਕੁਝ ਹਿੱਸਿਆਂ ਅੰਦਰ ਕਾਂਗਰਸੀ ਹਾਕਮਾਂ ਵਿਰੁੱਧ ਰੋਸ ਤੇ ਗੁੱਸੇ ਦੀਆਂ ਭਾਵਨਾਵਾਂ ਪੈਦਾ ਹੋਈਆਂ, ਉੱਥੇ ਨਾਲ ਹੀ ਵੱਡੇ ਹਿੱਸਿਆਂ ਨੂੰ ਮਾਯੂਸੀ ਤੇ ਬੇਦਿਲੀ ਨੇ ਆਪਣੀ ਗ੍ਰਿਫਤ ਵਿੱਚ ਲੈ ਲਿਆ। ਕੌਮੀ ਚੇਤਨਾ ਤੋਂ ਸੱਖਣੀ ਸਿੱਖ ਲੀਡਰਸ਼ਿਪ ਦੇ ਵੱਡੇ ਹਿੱਸਿਆਂ ਨੂੰ ਚਾਰੇ ਪਾਸਿਓਂ ਬੇਉਮੀਦੀ ਤੇ ਹਨੇਰਾ ਪਸਰਿਆ ਦਿਖਾਈ ਦੇਣ ਲੱਗਾ।
ਅਤੇ ਉਹਨਾਂ ਅੰਦਰ ਭਾਂਜਵਾਦੀ ਰੁਚੀਆਂ ਭਾਰੂ ਹੋ ਗਈਆਂ। ਸਮਾਜੀ ਰਾਜਸੀ ਲਹਿਰਾਂ ਦੇ ਸੰਗਠਨਾਂ ਨੂੰ ਅਜਿਹੀਆਂ ਹਾਲਤਾਂ ਦਾ ਅਕਸਰ ਸਾਹਮਣਾ ਕਰਨਾ ਪੈਂਦਾ ਹੈ। ਜਦ ਨਿਸ਼ਾਨੇ ਦੀ ਪ੍ਰਾਪਤੀ ਮੁਸ਼ਕਲ ਜਾਂ ਅਸੰਭਵ ਦਿਖਾਈ ਦੇਣ ਲੱਗਦੀ ਹੈ ਤਾਂ ਲਹਿਰ ਤੇ ਜਥੇਬੰਦੀ ਅੰਦਰ ਬੇਦਲੀ ਤੇ ਬੇਉਮੀਦੀ ਦਾ ਮਾਹੌਲ ਪਸਰ ਜਾਂਦਾ ਹੈ। ਇਸ ਦਾ ਸਭ ਤੋਂ ਗੂੜ੍ਹਾ ਇਜ਼ਹਾਰ ਲੀਡਰਸ਼ਿਪ ਅੰਦਰ ਪ੍ਰਗਟ ਹੁੰਦਾ ਹੈ, ਜਿੱਥੇ ਕਈ ਕਿਸਮ ਦੀਆਂ ਸੋਚਾਂ ਤੇ ਰੁਝਾਨ ਆਪਸ ਵਿੱਚ ਹੀ ਉਲਝਦੇ ਤੇ ਭਿੜਦੇ ਹਨ, ਜੋ ਜਥੇਬੰਦੀ ਅੰਦਰ ਵੱਡੇ ਵਖਰੇਵਿਆਂ ਤੇ ਵਿਰੋਧਾਂ ਨੂੰ ਜਨਮ ਦੇਣ ਦਾ ਕਾਰਨ ਹੋ ਨਿਬੜਦੇ ਹਨ। ਆਮ ਨਿਯਮ ਵਜੋਂ ਅਜਿਹੀ ਹਾਲਤ ਤੋਂ ਦੋ ਉਲਟ ਸਿਰੇ ਦੀਆਂ ਸੋਚਾਂ ਨੂੰ ਜਨਮ ਦਿੰਦੀ ਹੈ। ਨਵਾਂ ਤੇ ਨੌਜਵਾਨ ਖੂਨ ਅਜਿਹੀ ਹਾਲਤ ਦੇ ਸਨਮੁਖ ਗਰਮਾ ਗਰਮ ਨਾਅਰਿਆਂ ਤੇ ਤੱਤ ਭੜੱਥੀਆਂ ਕਾਰਵਾਈਆਂ ਵੱਲ ਉਲਰਦਾ ਹੈ। ਦੂਜੇ ਪਾਸੇ ਬੇਦਲੀ ਤੇ ਨਿਰਾਸ਼ਾ ਦੇ ਹੱਲੇ ਹੇਠ ਆਏ ਕੁਝ ਹਿੱਸਿਆਂ ਅੰਦਰ ਗੋਡੇ ਟੇਕੂ ਸੋਚ ਅਤੇ ਰੁਚੀਆਂ ਜ਼ੋਰ ਫੜ ਲੈਂਦੀਆਂ ਹਨ ਅਤੇ ਉਹ ਜਾਂ ਤਾਂ ਸਰਗਰਮੀ ਤੋਂ ਲਾਂਭੇ ਹੋ ਕੇ ਆਪਣੇ ਨਿੱਜੀ ਕੈਰੀਅਰ ਵੱਲ ਮੂੰਹ ਕਰ ਲੈਂਦੇ ਹਨ ਅਤੇ ਜਾਂ ਦੁਸ਼ਮਣ ਧਿਰ ਨਾਲ ਲਿਫ ਕੇ ਸਮਝੌਤਾ ਕਰਨ ਦੀ ਦਿਸ਼ਾ ਅਖਤਿਆਰ ਕਰ ਲੈਂਦੇ ਹਨ। ਭਾਰਤ ਦੀ ਆਜ਼ਾਦੀ ਤੋਂ ਬਾਅਦ ਮੁੱਢਲੇ ਸਾਲਾਂ ਦੌਰਾਨ ਸਿੱਖ ਕੌਮ ਨੂੰ ਕੁਝ ਅਜਿਹੀ ਹੀ ਸੰਕਟਮਈ ਹਾਲਤ ਦਾ ਸਾਹਮਣਾ ਕਰਨਾ ਪਿਆ। ਸਿਰਲੇਖ ਕਾਂਗਰਸੀ ਸਿੱਖ ਇਤਿਹਾਸ ਦਾ ਇੱਕ ਨਾਮੁਰਾਦ ਵਰਤਾਰਾ। ਸਿੱਖ ਲੀਡਰਸ਼ਿਪ ਨੇ ਜੋ ਵਿਚਾਰਧਾਰਕ ਸੇਧ ਵਿਹਵਿਆਂ ਤੋਂ ਆਪਣਾ ਰੱਖੀ ਹੋਈ ਸੀ, ਉਸ ਨੇ ਆਜ਼ਾਦੀ ਤੋਂ ਪਹਿਲਾਂ ਹੀ ਸਿੱਖ ਕੌਮ ਨੂੰ ਹਿੰਦੂ ਵਰਗ ਦੀ ਮੁਥਾਜਗੀ ਦਾ ਸ਼ਿਕਾਰ ਬਣਾ ਦਿੱਤਾ ਹੋਇਆ ਸੀ। ਇਸ ਨੇ ਸਿੱਖ ਕੌਮ ਦੀ ਆਜ਼ਾਦੀ ਦੇ ਰਾਹ ਨੂੰ ਅਜਿਹੇ ਤਾਲੇ ਲਗਾ ਦਿੱਤੇ ਸਨ ਕਿ ਸਿੱਖ ਲੀਡਰਸ਼ਿਪ ਨਾ ਤਾਂ 1947 ਵਿੱਚ ਪੈਦਾ ਹੋਈ ਸ਼ਾਨਦਾਰ ਇਤਿਹਾਸਕ ਮੌਕਾ ਮੇਲ ਦਾ ਕੋਈ ਫਾਇਦਾ ਉਠਾ ਸਕੀ ਅਤੇ ਨਾ ਹੀ 47 ਤੋਂ ਬਾਅਦ ਹਿੰਦੂ ਹਾਕਮਾਂ ਵੱਲੋਂ ਧਾਰਨ ਕੀਤੇ ਸਿੱਖ ਦੁਸ਼ਮਣ ਰਵੱਈਏ ਦੇ ਸਨਮੁਖ ਸਿੱਖ ਕੌਮ ਨੂੰ ਕੋਈ ਸਾਰਥਕ ਸੇਧ ਦੇਣ 'ਚ ਸਫਲ ਹੋ ਸਕੀ। ਭਾਰਤ ਦੀ ਆਜ਼ਾਦੀ ਦੇ ਸੰਗਰਾਮ ਦੌਰਾਨ ਨੈਸ਼ਨਲਿਸਟ ਕਾਂਗਰਸੀ ਸਿੱਖਾਂ ਅਤੇ ਨੈਸ਼ਨਲਿਸਟ ਅਕਾਲੀ ਆਗੂਆਂ ਵਿਚਕਾਰ ਕੋਈ ਵੱਡਾ ਸਿਧਾਂਤਕ ਫਰਕ ਨਹੀਂ ਸੀ ਰਿਹਾ। ਦੋਨਾਂ ਨੂੰ ਭਾਰਤੀ ਕੌਮ ਪ੍ਰਸਤੀ ਦਾ ਇੱਕੋ ਜਿੰਨਾ ਤਾਪ ਚੜ੍ਹਿਆ ਹੋਇਆ ਸੀ। ਦੋਨੋਂ ਭਾਰਤ ਦੀ ਆਜ਼ਾਦੀ ਦੇ ਇੱਕੋ ਜਿੰਨੇ ਆਸ਼ਕ ਸਨ। ਮੁਸਲਿਮ ਕੌਮਵਾਦ ਪ੍ਰਤੀ ਦੋਨਾਂ ਦੀ ਸਮਝ ਅਤੇ ਵਤੀਰੇ ਵਿੱਚ ਕੋਈ ਅੰਤਰ ਨਹੀਂ ਸੀ, ਅਰਥਾਤ ਦੋਨੋਂ ਹੀ ਬਰਾਬਰ ਦੀ ਨਿਖੇਧਤਾਮਿਕ ਪਹੁੰਚ ਰੱਖਦੇ ਸਨ। ਕਾਂਗਰਸ ਪਾਰਟੀ ਤੇ ਇਸ ਦੀ ਅਗਵਾਈ ਹੇਠਲੇ ਆਜ਼ਾਦੀ ਸੰਗਰਾਮ ਪ੍ਰਤੀ ਦੋਨਾਂ ਦੀ ਸਮਝ ਅਤੇ ਪਹੁੰਚ ਵਿੱਚ ਕੋਈ ਬੁਨਿਆਦੀ ਵਖਰੇਵਾਂ ਨਹੀਂ ਸੀ। ਦੋਨੋਂ ਹੀ ਕਾਂਗਰਸ ਪਾਰਟੀ ਨੂੰ ਭਾਰਤ ਦੇ ਸਭਨਾ ਵਰਗਾਂ ਦੀ ਸਰਬ ਸਾਂਝੀ ਅਫਿਰਕੂ ਤੇ ਪ੍ਰਮੁੱਖ ਜਮਾਤ ਮੰਨ ਕੇ ਚੱਲਦੇ ਸਨ ਅਤੇ ਇਸ ਦੀ ਅਗਵਾਈ ਹੇਠਲੀ ਲਹਿਰ ਨੂੰ ਭਾਰਤ ਦੀ ਕੌਮੀ ਮੁੱਖ ਧਾਰਾ ਵਜੋਂ ਤਸਲੀਮ ਕਰਦੇ ਸਨ। ਇਸ ਮਾਮਲੇ ਵਿੱਚ ਜੇਕਰ ਦੋਨਾਂ ਵਿਚਕਾਰ ਕੋਈ ਮਤਭੇਦ ਜਾਂ ਵਖਰੇਵਾਂ ਸੀ ਤਾਂ ਉਹ ਬੁਨਿਆਦੀ ਸਮਝ ਦਾ ਨਹੀਂ, ਸਗੋਂ ਦੋਮ ਦਰਜੇ ਦੇ ਪੱਖਾਂ ਦਾ ਸੀ। ਸਿੱਖ ਕੌਮ ਦੇ ਮਸਲਿਆਂ ਅਤੇ ਮੰਗਾਂ ਪ੍ਰਤੀ ਵੀ ਦੋਨਾਂ ਦੀ ਸਮਝ ਅੰਦਰ ਕੋਈ ਬੁਨਿਆਦੀ ਪਾੜਾ ਨਹੀਂ ਸੀ। ਅਮਲੀ ਤੌਰ ਤੇ ਦੋਨੋਂ ਹੀ ਸਿੱਖ ਭਾਈਚਾਰੇ ਨੂੰ ਇੱਕ ਘੱਟ ਗਿਣਤੀ ਵਰਗ ਮੰਨ ਕੇ ਚੱਲਦੇ ਸਨ ਅਤੇ ਇਸ ਦੇ ਹੱਕਾਂ ਤੇ ਹਿੱਤਾਂ ਦੀ ਸੁਰੱਖਿਆ ਲਈ ਹਿੰਦੂ ਵਰਗ ਦੀ ਹਮਾਇਤ, ਸਦਭਾਵਨਾ ਤੇ ਦਇਆ ਦ੍ਰਿਸ਼ਟੀ ਦਾ ਰੱਬੀ ਊਟ ਵਰਗਾ ਆਸਰਾ ਤੱਕ ਕੇ ਚੱਲਦੇ ਸਨ। ਕਾਂਗਰਸੀ ਆਗੂਆਂ ਵਿੱਚ ਵਿਸ਼ਵਾਸ ਤੇ ਭਰੋਸੇ ਦੇ ਮਾਮਲੇ 'ਚ ਦੋਨਾਂ ਵਿੱਚ ਜੇ ਕੋਈ ਫਰਕ ਸੀ ਤਾਂ ਮਾਤਰਾ ਦਾ ਹੀ ਸੀ। ਕਾਂਗਰਸੀ ਸਿੱਖਾਂ ਦਾ ਕਾਂਗਰਸੀ ਆਗੂਆਂ ਵਿੱਚ ਭਰੋਸਾ ਤੇ ਵਿਸ਼ਵਾਸ ਥੋੜ੍ਹਾ ਵੱਧ ਸੀ। ਇਸ ਕਰਕੇ ਉਹਨਾਂ ਨੂੰ ਕਾਂਗਰਸ ਤੋਂ ਬਾਹਰ ਰਹਿਣ ਦੀ ਬਜਾਏ ਇਸ ਦੇ ਅੰਦਰ ਰਹਿਣਾ ਵਧੇਰੇ ਬਿਹਤਰ ਲੱਗਦਾ ਸੀ। ਇਸ ਬੁਨਿਆਦੀ ਸਾਂਝ ਦੀ ਵਜ੍ਹਾ ਕਰਕੇ ਨੈਸ਼ਨਲਿਸਟ ਅਕਾਲੀ ਸਫਾਂ 'ਚੋਂ ਕਾਂਗਰਸ ਪਾਰਟੀ ਵੱਲ ਨਿਕਾਸ ਦਾ ਅਮਲ ਨਿਰੰਤਰ ਚੱਲਦਾ
ਆ ਰਿਹਾ ਸੀ। ਇੱਕ ਦਰਬਾਰਾ ਸਿੰਘ ਨੂੰ ਛੱਡ ਕੇ ਇਸ ਦੌਰ ਦਾ ਅਜਿਹਾ ਹੋਰ ਇੱਕ ਵੀ ਕਾਂਗਰਸੀ ਸਿੱਖ ਨਹੀਂ ਮਿਲੇਗਾ ਜੋ ਪਹਿਲਾਂ ਅਕਾਲੀ ਰੰਗਰੂਟ ਨਾ ਰਹਿ ਚੁੱਕਾ ਹੋਵੇ। ਸਿੱਖ ਭਾਈਚਾਰੇ ਨੂੰ ਇੱਕ ਘੱਟ ਗਿਣਤੀ ਵਰਗ ਵਜੋਂ ਤਸੱਵਰ ਕਰਨ ਵਾਲਾ ਨਜ਼ਰੀਆ ਸਿੱਖ ਜਨਤਾ ਅੰਦਰ ਆਮ ਰੂਪ 'ਚ ਬੇਉਮੀਦੀ ਤੇ ਬੇਵਸੀ ਦੇ ਰੌਂ ਦਾ ਸੰਚਾਰ ਕਰਦਾ ਹੈ। ਸਿੱਖ ਪੰਥ ਵਰਗੀ ਇੱਕ ਨਿਗੂਣੀ ਘੱਟ ਗਿਣਤੀ, ਜਿਸ ਦਾ ਭਾਰਤ ਦੀ ਕੁੱਲ ਵਸੋਂ ਅੰਦਰ ਹਿੱਸਾ ਮੁਸ਼ਕਲ ਨਾਲ 2% ਬਣਦਾ ਹੈ, ਦਾ ਭਵਿੱਖ ਕਿੰਨਾ ਕੁ ਉਜਲਾ ਹੋ ਸਕਦਾ ਹੈ? ਅਜਿਹਾ ਸੁਆਲ ਤੇ ਭਾਵਨਾ ਸਿੱਖ ਮਨ ਉੱਤੇ ਅਚੇਤ ਰੂਪ 'ਚ ਹੀ ਢਾਹੂ ਪ੍ਰਭਾਵ ਪਾਉਂਦੀ ਹੈ। ਇੱਕ ਘੱਟ ਗਿਣਤੀ ਵਰਗ ਦੇ ਨੁਕਤਾ ਨਜ਼ਰ ਤੋਂ ਸਿੱਖ ਕੌਮ ਦੇ ਭਵਿੱਖ ਦੀ ਬਹੁਤੀ ਆਸ਼ਾਵਾਦੀ ਤਸਵੀਰ ਨਹੀਂ ਉੱਭਰਦੀ। ਘੱਟ ਗਿਣਤੀ ਦੀ ਹੋਣੀ ਦੀ ਵਾਗਡੋਰ ਉਸ ਦੇ ਆਪਣੇ ਹੱਥਾਂ 'ਚ ਨਹੀਂ, ਬਹੁਗਿਣਤੀ ਦੇ ਹੱਥਾਂ ਵਿੱਚ ਹੁੰਦੀ ਹੈ, ਜੋ ਉਸ ਨੂੰ ਜਿਵੇਂ ਚਾਹੇ ਮਰੋੜਾ ਦੇ ਸਕਦੀ ਹੈ। ਇਸ ਤਰ੍ਹਾਂ ਇੱਕ ਘੱਟ ਗਿਣਤੀ ਭਾਈਚਾਰੇ ਨੂੰ ਬਹੁਗਿਣਤੀ ਵਰਗ ਉੱਤੇ ਸਦੀਵੀ ਨਿਰਭਰਤਾ ਦਾ ਸਰਾਪ ਲੱਗ ਜਾਂਦਾ ਹੈ। ਉਹ ਲੱਖ ਚਾਹੁਣ ਦੇ ਬਾਵਜੂਦ ਇਸ ਲਾਹਨਤ ਤੋਂ ਮੁਕੰਮਲ ਰੂਪ ਵਿੱਚ ਸੁਰਖਰੂ ਨਹੀਂ ਹੋ ਸਕਦਾ। ਲੜ ਭਿੜ ਕੇ ਅਸ਼ੰਕ ਰਾਹਤ ਦੀ ਹੀ ਹਾਸਲ ਕਰ ਸਕਦਾ ਹੈ। ਘੱਟ ਗਿਣਤੀ ਦੀ ਇਸ ਸੋਚ ਅਤੇ ਭਾਵਨਾ ਨੇ ਸਿੱਖ ਬੌਧਿਕ ਵਰਗ ਉੱਤੇ ਬਹੁਤ ਹੀ ਮਾਰੂ ਅਸਰ ਪਾਇਆ ਹੈ। ਆਪਣੀ ਬੌਧਿਕ ਲਿਆਕਤ ਤੇ ਸਮਰੱਥਾ ਨੂੰ ਸਿੱਖ ਕੌਮ ਦੀ ਆਜ਼ਾਦੀ ਤੇ ਬਿਹਤਰੀ ਦੇ ਕਾਰਜ ਦੇ ਲੇਖੇ ਲਾਉਣ ਦੀ ਬਜਾਏ ਸਿੱਖ ਬੌਧਿਕ ਵਰਗ ਦੇ ਵੱਡੇ ਹਿੱਸਿਆਂ ਨੇ ਬਹੁਗਿਣਤੀ ਹਿੰਦੂ ਵਰਗ ਦੀ ਸ਼ਰਨ ਕਬੂਲ ਕਰ ਲਈ ਹੈ। ਪ੍ਰਬੰਧਕੀ ਢਾਂਚੇ ਤੋਂ ਲੈ ਕੇ ਵਿੱਦਿਆ, ਤਕਨੀਕ ਅਤੇ ਵਿਗਿਆਨ ਦੇ ਖੇਤਰ ਤੱਕ ਹਰ ਜਗ੍ਹਾ ਸਿੱਖ ਇੰਟਲੈਕਟ ਬਹੁਗਿਣਤੀ ਹਿੰਦੂ ਵਰਗ ਦੀ ਸੇਵਾ 'ਚ ਜੁਟਿਆ ਹੋਇਆ ਹੈ। ਕਿਤੇ ਅਚੇਤ ਰੂਪ 'ਚ ਅਤੇ ਕਿਤੇ ਸੁਚੇਤ ਪੱਧਰ 'ਤੇ ਕੌਮੀ ਚੇਤਨਾ ਦੀ ਘਾਟ ਕਰਕੇ ਸਿੱਖ ਪੰਥ ਅੰਦਰਲੇ ਬੌਧਿਕ ਭਾਈਚਾਰੇ ਨੂੰ ਨਾ ਸਿਰਫ ਆਪਣੇ ਇਸ ਰੋਲ ਤੇ ਕੋਈ ਗਲਾਜ਼ਤ ਨਹੀਂ ਆਉਂਦੀ, ਸਗੋਂ ਇਸ ਨੂੰ ਉਹ ਉਚੇਚੇ ਮਾਣ ਵਾਲੀ ਗੱਲ ਸਮਝਦਾ ਹੈ। ਫੌਜ, ਪੁਲਿਸ, ਰਾਜਨੀਤੀ ਤੇ ਅਫਸਰਸ਼ਾਹੀ ਦੇ ਖੇਤਰਾਂ ਅੰਦਰ ਤਾਂ ਸਿੱਖ ਬੁੱਧੀ ਤੇ ਲਿਆਕਤ ਦਾ ਹਿੰਦੂ ਹਿੱਤਾਂ ਲਈ ਹੋ ਰਿਹਾ ਇਸਤੇਮਾਲ ਅੰਨ੍ਹਿਆਂ ਨੂੰ ਵੀ ਨਜ਼ਰ ਆਉਂਦਾ ਹੈ। ਇਹ ਬੌਧਿਕ ਨਿਕਾਸ ਸਿੱਖ ਕੌਮ ਦੀ ਜ਼ਿੰਦਗੀ ਨੂੰ ਦੋਹਰੀ ਤਰ੍ਹਾਂ ਪ੍ਰਭਾਵਿਤ ਕਰਦਾ ਹੈ। ਇੱਕ ਤਾਂ ਇਸ ਨਾਲ ਸਿੱਖ ਕੌਮ ਆਪਣੇ ਬੌਧਿਕ ਸਰਮਾਏ ਤੋਂ ਵਿਰਵੀ ਹੋ ਰਹੀ ਹੈ। ਦੂਜਾ, ਬਹੁਗਿਣਤੀ ਵਰਗ ਦੀ ਸੇਵਾ 'ਚ ਜੁਟਿਆ ਸਿੱਖ ਇੰਟਲੈਕਟ ਆਪਣੇ ਹੀ ਭਾਈਚਾਰੇ ਦੇ ਹਿੱਤਾਂ ਦੇ ਉਲਟ ਭੁਗਤ ਰਿਹਾ ਹੈ। ਇਸ ਨੂੰ ਫੌਜ, ਪੁਲਿਸ, ਰਾਜਨੀਤੀ ਤੇ ਅਫਸਰਸ਼ਾਹੀ ਦੇ ਮਾਮਲੇ 'ਚ ਵੱਧ ਆਸਾਨੀ ਨਾਲ ਦੇਖਿਆ ਜਾ ਸਕਦਾ ਹੈ। ਜਿੱਥੇ ਸਿੱਖ ਤੱਥਾਂ ਦਾ ਸਿੱਖ ਕੌਮ ਦੇ ਹੀ ਵਿਰੁੱਧ ਇਸਤੇਮਾਲ ਕਰਨ ਦੀ ਨੀਤੀ ਨੰਗੇ ਰੂਪ 'ਚ ਸਾਹਮਣੇ ਆਉਂਦੀ ਹੈ, ਇਹ ਬੌਧਿਕ ਨਿਕਾਸ ਸਿੱਖ ਰਾਜਨੀਤੀ ਨੂੰ ਇੱਕ ਹੋਰ ਨਾਵਾਚਕ ਪੱਖ ਤੋਂ ਪ੍ਰਭਾਵਿਤ ਕਰਦਾ ਹੈ। ਸਿੱਖ ਇੰਟਲੈਕਟ ਦੇ ਅਵਲ ਭਾਗ ਵੱਲੋਂ ਚੰਗੇ ਕੈਰੀਅਰ ਦੀ ਝਾਕ ਵਿੱਚ ਬਹੁਗਿਣਤੀ ਵਰਗ ਦੀ ਸੇਵਾ 'ਚ ਹਾਜ਼ਰ ਹੋ ਜਾਣ ਸਕਦਾ ਸਿੱਖ ਰਾਜਨੀਤੀ ਨੂੰ ਖਾਸ ਤੌਰ ਤੇ ਬੌਧਿਕ ਗੁਰਬਤ ਦੀ ਮਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਾਫ਼ ਕਰਨਾ ਜੀ। ਸਿੱਖ ਇੰਟਲੈਕਟ ਦੇ ਅਵਲ ਭਾਗ ਵੱਲੋਂ ਚੰਗੇ ਕੈਰੀਅਰ ਦੀ ਝਾਕ ਵਿੱਚ ਬਹੁਗਿਣਤੀ ਵਰਗ ਦੀ ਸੇਵਾ 'ਚ ਹਾਜ਼ਰ ਹੋਣ ਜਾਣ ਸਦਕਾ ਸਿੱਖ ਰਾਜਨੀਤੀ ਨੂੰ ਖਾਸ ਤੌਰ ਤੇ ਬੌਧਿਕ ਗੁਰਬਤ ਦੀ ਮਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਿੱਖ ਰਾਜਨੀਤੀ ਅੰਦਰ ਪੜ੍ਹੇ ਲਿਖੇ ਤੇ ਕਾਬਲ ਤੱਤਾਂ ਦੀ ਘਾਟ ਆਮ ਰੜਕਦੀ ਹੈ। ਕਈ ਸਿੱਖ ਵਿਦਵਾਨਾਂ ਨੇ ਆਪਣੀਆਂ ਲਿਖਤਾਂ ਅੰਦਰ ਇਸ 'ਤੇ ਗਹਿਰੀ ਚਿੰਤਾ ਪ੍ਰਗਟ ਕੀਤੀ ਹੈ, ਪਰ ਸਿੱਖ ਲੀਡਰਸ਼ਿਪ ਵੱਲੋਂ ਪਿਛਲੇ 60 ਸਾਲਾਂ ਤੋਂ ਵੀ ਵੱਧ ਸਮੇਂ ਤੋਂ ਅਖਤਿਆਰ ਕੀਤੀ ਵਿਚਾਰਧਾਰਕ ਸੇਧ ਦੇ ਸਿੱਟੇ ਇਸ ਤੋਂ ਵੱਖਰੇ ਨਹੀਂ ਹੋ ਸਕਦੇ।
ਜਿੰਨਾ ਚਿਰ ਸਿੱਖ ਬੁੱਧੀ ਦੀਆਂ ਅਵਲ ਪਰਤਾਂ ਨੈਸ਼ਨਲ ਜੀਵਨ ਅੰਦਰ ਯੋਗਦਾਨ ਪਾਉਣ ਦੀ ਭਰਮ ਚੇਤਨਾ ਦਾ ਸ਼ਿਕਾਰ ਹੋ ਕੇ ਇਸੇ ਤਰ੍ਹਾਂ ਆਪਣੀਆਂ ਸੇਵਾਵਾਂ ਭਾਰਤ ਦੇ ਬਹੁਗਿਣਤੀ ਹਿੰਦੂ ਵਰਗ ਨੂੰ ਅਰਪਣ ਕਰਦੀਆਂ ਰਹਿਣਗੀਆਂ, ਉਨਾਂ ਚਿਰ ਸਿੱਖ ਰਾਜਨੀਤੀ ਇਸੇ ਤਰ੍ਹਾਂ ਬੌਧਿਕ ਸੋਕੜੇ ਦੇ ਰੋਗ ਦੀ ਸ਼ਿਕਾਰ ਹੋਈ ਰਹੇਗੀ ਅਤੇ ਸਿੱਖ ਭਾਈਚਾਰਾ ਇਸੇ ਤਰ੍ਹਾਂ ਆਪਣੇ ਘੱਟ ਬੁੱਧੀਮਾਨ ਆਗੂਆਂ ਦੀਆਂ ਰਾਜਸੀ ਹਮਾਕਤਾਂ ਦਾ ਸੰਤਾਪ ਭੋਗਦਾ ਰਹੇਗਾ। ਆਜ਼ਾਦੀ ਤੋਂ ਪਹਿਲਾਂ ਜਦ ਮੁਸਲਮਾਨ ਫਿਰਕਾ ਪੰਜਾਬ ਅੰਦਰ ਮੁੱਖ ਤਾਕਤ ਸੀ ਤਾਂ ਪ੍ਰਾਂਤਕ ਪੱਧਰ ਤੇ ਸਿੱਖਾਂ ਦਾ ਮੁੱਖ ਸਰੋਕਾਰ ਇਸ ਮੁਸਲਿਮ ਖਤਰੇ ਵਿਰੁੱਧ ਲੜਨਾ ਸੀ। ਕਾਂਗਰਸ ਪਾਰਟੀ ਦਾ ਮੁਸਲਿਮ ਵਰਗ ਨਾਲ ਰਿਸ਼ਤਾ ਪੰਜਾਬ ਤੋਂ ਨਹੀਂ, ਉਸ ਦੀ ਕੁੱਲ ਹਿੰਦ ਪੱਧਰੀ ਰਾਜਨੀਤੀ ਦੇ ਤਕਾਜ਼ਿਆਂ ਤੋਂ ਨਿਰਧਾਰਤ ਹੁੰਦਾ ਸੀ। ਇਸ ਨਾਲ ਕਈ ਵੇਰਾਂ ਅਕਾਲੀ ਤੇ ਕਾਂਗਰਸੀ ਰਾਜਨੀਤੀ ਵਿਚਕਾਰ ਝਗੜਾ ਤੇ ਵਿਰੋਧ ਖੜਾ ਹੋ ਜਾਂਦਾ ਰਿਹਾ। ਅਕਾਲੀ ਆਗੂ ਮੁਸਲਿਮ ਵਰਗ ਖਿਲਾਫ ਜਿੰਨੀ ਤਿੱਖੀ ਤੇ ਅਡੋਲ ਲੜਾਈ ਦੀ ਮੰਗ ਕਰਦੇ ਸਨ, ਕਾਂਗਰਸ ਪਾਰਟੀ ਕਈ ਵੇਰਾਂ ਆਪਣੀਆਂ ਸਮੁੱਚੀਆਂ ਰਾਜਸੀ ਗਿਣਤੀਆਂ ਮਿਣਤੀਆਂ ਚੋਂ ਅਕਾਲੀ ਆਗੂਆਂ ਦੀ ਇਸ ਮੰਗ ਦਾ ਪੂਰਾ ਡਟਵਾਂ ਹੁੰਗਾਰਾ ਭਰਨ 'ਚ ਅਸਮਰੱਥ ਹੋ ਜਾਂਦੀ ਸੀ। ਦੂਜੀ ਵੱਡੀ ਜੰਗ ਦੌਰਾਨ ਬਰਤਾਨਵੀ ਹਕੂਮਤ ਦੀਆਂ ਜੰਗੀ ਤਿਆਰੀਆਂ ਤੇ ਲੋੜਾਂ ਪ੍ਰਤੀ ਪਹੁੰਚ ਦੇ ਮਾਮਲੇ 'ਚ ਕਾਂਗਰਸੀ ਤੇ ਅਕਾਲੀ ਆਗੂਆਂ ਵਿਚਕਾਰ ਪ੍ਰਗਟ ਹੋਏ ਵੱਡੇ ਵਿਰੋਧਾਂ ਪਿੱਛੇ ਇਸ ਮੁਸਲਿਮ ਫੈਕਟਰ ਦਾ ਅਹਿਮ ਰੋਲ ਸੀ। ਅਕਾਲੀ ਆਗੂ ਪੰਜਾਬ ਅੰਦਰ ਮੁਸਲਿਮ ਖਤਰੇ ਨਾਲ ਮੜਕਣ ਲਈ ਬਰਤਾਨਵੀ ਹਕੂਮਤ ਦੀਆਂ ਜੰਗੀ ਤਿਆਰੀਆਂ ਵਿੱਚ ਹੱਥ ਵਟਾਉਣ ਦੀ ਨੀਤੀ ਵੱਲ ਉਲਰ ਗਏ ਸਨ। ਉਹ ਸਿੱਖਾਂ ਦੇ ਵੱਧ ਤੋਂ ਵੱਧ ਹਿੱਸਿਆਂ ਨੂੰ ਫੌਜ ਅੰਦਰ ਭਰਤੀ ਕਰਵਾ ਕੇ ਸਿੱਖ ਕੌਮ ਦੀ ਹਥਿਆਰਬੰਦ ਤਾਕਤ ਵਿੱਚ ਵਾਧਾ ਕਰਨ ਦੀਆਂ ਯੁੱਧ ਨੀਤਿਕ ਵਿਉਂਤਾਂ ਉੱਤੇ ਅਮਲ ਕਰ ਰਹੇ ਸਨ। ਕਾਂਗਰਸੀ ਆਗੂਆਂ ਦੀ, ਖਾਸ ਕਰਕੇ ਗਾਂਧੀ ਦੀ, ਇਸ ਮਾਮਲੇ ਵਿੱਚ ਅਕਾਲੀ ਆਗੂਆਂ ਨਾਲ ਮੱਤ ਨਹੀਂ ਸੀ ਮਿਲਦੀ। ਬਾਅਦ ਵਿੱਚ ਕ੍ਰਿਪਸ ਤਜਵੀਜ਼ਾਂ 1942 ਦੇ ਸੰਬੰਧ ਵਿੱਚ ਵੀ ਅਕਾਲੀ ਤੇ ਕਾਂਗਰਸੀ ਆਗੂਆਂ ਵਿਚਕਾਰ ਪੈਦਾ ਹੋਏ ਮਤਭੇਦਾਂ ਅੰਦਰ ਮੁੱਖ ਮਸਲਾ ਫਿਰ ਮੁਸਲਿਮ ਵਰਗ ਪ੍ਰਤੀ ਰਵੱਈਏ ਦਾ ਹੀ ਸੀ। ਆਜ਼ਾਦੀ ਤੋਂ ਬਾਅਦ ਪੰਜਾਬ ਦੇ ਬਟਵਾਰੇ ਤੇ ਆਬਾਦੀ ਦੇ ਤਬਾਦਲੇ ਨਾਲ ਹਾਲਤ ਅੰਦਰ ਇੱਕ ਸਿਫਤੀ ਤਬਦੀਲੀ ਆ ਗਈ। ਕਾਂਗਰਸ ਤੇ ਅਕਾਲੀ ਰਿਸ਼ਤੇ ਨੂੰ ਪ੍ਰਭਾਵਿਤ ਕਰਨ ਵਾਲਾ ਮੁਸਲਿਮ ਫੈਕਟਰ ਗਾਇਬ ਹੋ ਗਿਆ। ਨੈਸ਼ਨਲ ਨਿਸ਼ਾਨਿਆਂ ਬਾਰੇ ਦੋਨਾਂ ਪਾਰਟੀਆਂ ਵਿਚਕਾਰ ਕੋਈ ਬੁਨਿਆਦੀ ਝਗੜਾ ਨਹੀਂ ਸੀ। ਇਸ ਕਰਕੇ ਆਮ ਮਤ ਅਨੁਸਾਰ ਅਕਾਲੀ ਦਲ ਦਾ ਵੱਖਰਾ ਵਜੂਦ ਕਾਇਮ ਰੱਖਣ ਦੀ ਕੋਈ ਵੱਡੀ ਰਾਜਨੀਤਿਕ ਵਜ੍ਹਾ ਨਹੀਂ ਸੀ ਰਹਿ ਗਈ। ਨੈਸ਼ਨਲਿਸਟ ਨਜ਼ਰੀਆ ਵੈਸੇ ਵੀ ਅਕਾਲੀ ਦਲ ਵਰਗੀਆਂ ਸਥਾਨਕ ਤੇ ਧਰਮ ਆਧਾਰਿਤ ਤਾਕਤਾਂ ਨੂੰ ਸਹਿਣ ਨਹੀਂ ਸੀ ਉਹ ਕਰਦਾ। ਬਰਤਾਨਵੀ ਰਾਜ ਵਿਰੁੱਧ ਆਜ਼ਾਦੀ ਦੀ ਜਦੋਜਹਿਦ ਦੌਰਾਨ ਅਜਿਹੀਆਂ ਤਾਕਤਾਂ ਨੂੰ ਸਹਿਣ ਕਰਨਾ ਉਸ ਦੀ ਮਜਬੂਰੀ ਸੀ, ਜੋ ਆਜ਼ਾਦੀ ਮਿਲ ਜਾਣ ਤੇ ਨਾਲ ਹੀ ਖਤਮ ਹੋ ਗਈ ਸੀ। ਵੰਡ ਤੋਂ ਬਾਅਦ ਪੰਜਾਬ ਅੰਦਰ ਅਲੱਗ-ਅਲੱਗ ਫਿਰਕਿਆਂ ਦੀ ਵਸੋਂ ਅਤੇ ਤਾਕਤ ਦੀ ਜੋ ਸਮੀਕਰਨ ਸਾਹਮਣੇ ਆਈ, ਉਸ ਨਾਲ ਕਾਂਗਰਸ ਪਾਰਟੀ ਰਾਜ ਅੰਦਰ ਪ੍ਰਮੁੱਖ ਰਾਜਸੀ ਦਲ ਵਜੋਂ ਉੱਭਰ ਕੇ ਸਾਹਮਣੇ ਆਈ। ਰਾਜ ਅੰਦਰ ਹਿੰਦੂ ਵਰਗ ਦੀ ਭਾਰੂ ਬਹੁਗਿਣਤੀ ਅਕਾਲੀ ਪਾਰਟੀ ਦੇ ਰਾਜਸੀ ਮੁਕੱਦਰ ਉੱਤੇ ਆਪਣਾ ਕਾਲਾ ਪਰਛਾਵਾਂ ਛੱਡ ਰਹੀ ਸੀ। ਕਾਂਗਰਸ ਪਾਰਟੀ ਨੂੰ ਪੰਜਾਬ ਅੰਦਰ ਅਕਾਲੀ ਦਲ ਨਾਲ ਰਾਜਸੀ ਗੱਠਜੋੜ ਦੀ ਨਾ ਕੋਈ ਲੋੜ ਸੀ ਤੇ ਨਾ ਮਜਬੂਰੀ। ਅਕਾਲੀ ਦਲ ਵੱਲੋਂ ਨਿਰੋਲ ਆਪਣੇ ਬਲਬੂਤੇ ਪੰਜਾਬ ਅੰਦਰ ਹਕੂਮਤੀ ਤਾਕਤ ਵਿੱਚ ਆਉਣ ਦੀ ਕੋਈ ਦੂਰ ਦੀ ਸੰਭਾਵਨਾ ਵੀ ਨਜ਼ਰ ਨਹੀਂ ਸੀ ਆਉਂਦੀ। ਇਸ ਦੀ ਕੋਈ ਸੰਭਾਵਨਾ ਤਾਂ ਹੀ ਬਣ ਸਕਦੀ ਸੀ ਜੇਕਰ ਅਕਾਲੀ ਦਲ ਦੀ ਮੰਗ ਤੇ ਇੱਛਾ ਅਨੁਸਾਰ ਪੰਜਾਬ ਦੀ ਬੋਲੀ ਦੇ ਆਧਾਰ ਤੇ ਨਵੇਂ ਸਿਰਿਓਂ ਹੱਦਬੰਦੀ ਕਰ ਦਿੱਤੀ ਜਾਂਦੀ। ਪਰੰਤੂ ਕਾਂਗਰਸੀ ਆਗੂ ਪੰਜਾਬੀ ਹਿੰਦੂ ਵਰਗ ਦੀ ਇੱਛਾ ਦੇ ਉਲਟ ਅਜਿਹਾ ਕਦਮ ਚੁੱਕਣ ਲਈ ਹਰਗਿਜ਼ ਤਿਆਰ ਨਹੀਂ ਸਨ। ਇਸ ਨਾਲ ਸੁਭਾਵਕ ਹੀ ਅਕਾਲੀ ਲੀਡਰਸ਼ਿਪ ਦੀਆਂ ਸਫਾਂ ਅੰਦਰ
ਮਾਯੂਸੀ ਤੇ ਨਿਰਾਸ਼ਤਾ ਫੈਲਣੀ ਸ਼ੁਰੂ ਹੋ ਗਈ। ਭਾਵੇਂ ਇਸ ਦਾ ਆਮ ਪ੍ਰਭਾਵ ਸਾਰੀ ਅਕਾਲੀ ਲੀਡਰਸ਼ਿਪ ਉੱਤੇ ਹੀ ਪਿਆ, ਪਰ ਅਕਾਲੀ ਲੀਡਰਸ਼ਿਪ ਦੇ ਜਿਹੜੇ ਹਿੱਸਿਆਂ ਉੱਤੇ ਹਕੂਮਤੀ ਤਾਕਤ ਦੀ ਲਲਕ ਜ਼ਿਆਦਾ ਹਾਵੀ ਹੋ ਚੁੱਕੀ ਸੀ ਅਤੇ ਜੋ ਧੀਰਜ ਗੁਆ ਚੁੱਕੇ ਸਨ, ਉਹਨਾਂ ਅੰਦਰ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ ਅੰਦਰ ਜਾ ਰਲਣ ਦੀ ਸੋਚ ਤੇ ਰੁਚੀ ਇੰਨਾ ਜ਼ੋਰ ਫੜ ਗਈ ਕਿ ਅਕਾਲੀ ਲੀਡਰਸ਼ਿਪ ਲਈ ਇਸ ਦੀ ਰੋਕਥਾਮ ਕਰਨੀ ਤਾਂ ਨਾ ਸਿਰਫ ਮੁਸ਼ਕਲ ਸਗੋਂ ਨਾਮੁਮਕਿਨ ਹੋ ਕੇ ਰਹਿ ਗਈ। ਜਥੇਦਾਰ ਊਧਮ ਸਿੰਘ ਨਾਗੋਕੇ ਦਾ 1948 ਦੇ ਸ਼ੁਰੂ ਵਿੱਚ ਹੀ ਮਾਸਟਰ ਤਾਰਾ ਸਿੰਘ ਨੂੰ ਇਹ ਕਹਿਣਾ ਕਿ ਹੁਣ ਸਾਂਝਾ ਚੁਣਾਓ ਹੋ ਗਿਆ ਹੈ ਤੇ ਕਾਂਗਰਸ ਦੇ ਨਿਕਟ ਬਿਨਾਂ ਸਾਡਾ ਕੋਈ ਆਦਮੀ ਅਸੈਂਬਲੀ ਚੋਣ ਵਿੱਚ ਕਾਮਯਾਬ ਨਹੀਂ ਹੋਣਾ, ਅਤੇ ਇਸੇ ਹੀ ਮੌਕੇ ਗਿਆਨੀ ਕਰਤਾਰ ਸਿੰਘ ਵੱਲੋਂ ਵਰਕਿੰਗ ਕਮੇਟੀ ਨਾਲ ਵਿਚਾਰ ਕੀਤੇ ਬਿਨਾਂ ਹੀ ਅਕਾਲੀ ਦਲ ਦੇ ਪ੍ਰਧਾਨ ਦੀ ਹੈਸੀਅਤ ਵਿੱਚ ਜਲੰਧਰ ਵਿਖੇ ਇੱਕ ਪ੍ਰੈਸ ਕਾਨਫਰੰਸ ਕਰਕੇ ਇਹ ਐਲਾਨ ਕਰ ਦੇਣਾ ਕਿ ਸਿੱਖ ਕਿਸੇ ਵੀ ਫਿਰਕੂ ਚੋਣ ਹਲਕੇ ਦੀ ਮੰਗ ਨਹੀਂ ਕਰਨਗੇ ਅਤੇ ਹੁਣ ਕਾਂਗਰਸ ਨਾਲ ਮਿਲ ਕੇ ਇਸ ਨੂੰ ਪੂਰਨ ਹਮਾਇਤ ਦੇਣਗੇ, ਅਕਾਲੀ ਲੀਡਰਸ਼ਿਪ ਦੇ ਵੱਡੇ ਹਿੱਸੇ ਦੀ ਸੋਚ ਤੇ ਮਨੋਦਸ਼ਾ ਦੀ ਅੰਦਰਲੀ ਤਸਵੀਰ ਪ੍ਰਗਟ ਕਰਦਾ ਸੀ। ਜਥੇਦਾਰ ਊਧਮ ਸਿੰਘ ਨਾਗੋਕੇ ਸਮੇਤ ਅਕਾਲੀ ਦਲ ਦੇ ਦੋ ਹੋਰ ਪ੍ਰਮੁੱਖ ਵਿਧਾਇਕ ਸਰਦਾਰ ਈਸ਼ਰ ਸਿੰਘ ਮਝੈਲ ਤੇ ਸਵਰਨ ਸਿੰਘ ਛੇਤੀ ਹੀ ਕਾਂਗਰਸ ਵਿੱਚ ਜਾ ਰਲੇ। ਹਾਲਤ ਦੇ ਇਸ ਦਬਾਅ ਹੇਠ ਅਖੀਰ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੇ 16 ਮਾਰਚ 1948 ਨੂੰ ਆਪਣੇ ਸਾਰੇ ਵਿਧਾਇਕਾਂ ਨੂੰ ਇਹ ਆਦੇਸ਼ ਜਾਰੀ ਕਰ ਦਿੱਤਾ ਕਿ ਉਹ ਸਮੂਹਿਕ ਰੂਪ ਵਿੱਚ ਕਾਂਗਰਸ ਵਿਧਾਇਕ ਦਲ ਵਿੱਚ ਸ਼ਾਮਲ ਹੋ ਜਾਣ, ਤਾਂ ਜੋ ਭਾਰਤ ਅੰਦਰ ਧਰਮ ਨਿਰਪੱਖ ਤਾਕਤਾਂ ਨੂੰ ਤਕੜਿਆਂ ਕੀਤਾ ਜਾ ਸਕੇ। ਅਕਾਲੀ ਦਲ ਨੇ ਆਪਣੀਆਂ ਸਰਗਰਮੀਆਂ ਨੂੰ ਸਿਰਫ ਧਾਰਮਿਕ ਤੇ ਸੱਭਿਆਚਾਰਕ ਖੇਤਰ ਤੱਕ ਸੀਮਿਤ ਰੱਖਣ ਦਾ ਨਿਰਣਾ ਲੈ ਲਿਆ। ਅਕਾਲੀ ਲੀਡਰਸ਼ਿਪ ਦੇ ਕੁਝ ਹਿੱਸਿਆਂ ਅੰਦਰ ਪੰਥਕ ਹਿੱਤਾਂ ਨੂੰ ਛੱਡ ਕੇ ਵਜ਼ਾਰਤੀ ਕੁਰਸੀਆਂ ਵੱਲ ਦੌੜਨ ਦੀ ਪੈਦਾ ਹੋਈ ਇਹ ਕੁਰੂਚੀ ਕੋਈ ਮਾਮੂਲੀ ਗੱਲ ਨਹੀਂ ਸੀ। ਇਹ ਇੱਕ ਗੰਭੀਰ ਰਾਜਨੀਤਿਕ ਮਰਜ਼ ਦੇ ਮੁੱਢਲੇ ਲੱਛਣਾਂ ਦਾ ਇਜ਼ਹਾਰ ਸੀ। ਇਸ ਨੇ ਬਾਅਦ ਵਿੱਚ ਜਾ ਕੇ ਇੱਕ ਮਹਾਮਾਰੀ ਦਾ ਰੂਪ ਧਾਰਨ ਕਰ ਲਿਆ ਅਤੇ ਅਕਾਲੀ ਦਲ ਦੀ ਰੂਹ ਅਤੇ ਕਾਇਆ ਦੋਹਾਂ ਨੂੰ ਹੀ ਭ੍ਰਿਸ਼ਟ ਕਰਕੇ ਰੱਖ ਦਿੱਤਾ। ਪ੍ਰਾਪਤੀ ਦੀ ਇੱਛਾ ਮਨੁੱਖ ਦੀਆਂ ਮੂਲ ਪ੍ਰਵਿਰਤੀਆਂ ਚੋਂ ਇੱਕ ਹੈ। ਰਾਜਨੀਤਿਕ ਵਿਅਕਤੀਆਂ ਅੰਦਰ ਇਸ ਇੱਛਾ ਦਾ ਆਮ ਨਾਲੋਂ ਥੋੜ੍ਹਾ ਵੱਧ ਹੋਣਾ ਸੁਭਾਵਿਕ ਹੈ। ਜਿਹੜੇ ਰਾਜਨੀਤਿਕ ਦਲ ਕਿਸੇ ਆਦਰਸ਼ ਜਾਂ ਵਿਚਾਰਧਾਰਾ ਨੂੰ ਪ੍ਰਣਾਏ ਹੁੰਦੇ ਹਨ, ਉਹਨਾਂ ਨਾਲ ਜੁੜੇ ਵਿਅਕਤੀ ਵੀ ਪ੍ਰਾਪਤੀ ਦੀ ਲਾਲਸਾ ਤੋਂ ਸੁਰਖਰੂ ਨਹੀਂ ਹੁੰਦੇ। ਅਜਿਹੇ ਵਿਅਕਤੀ ਬਹੁਤ ਥੋੜ੍ਹੇ ਹੁੰਦੇ ਹਨ ਜੋ ਨਿਰੀ ਨੈਤਿਕ ਪ੍ਰੇਰਨਾ ਆਸਰੇ ਕੰਮ ਕਰਦੇ ਹਨ। ਆਮ ਵਿਅਕਤੀ ਦਾ ਅਮਲ ਹਮੇਸ਼ਾ ਕਿਸੇ ਮਾਦੀ ਉਤਸ਼ਾਹ ਤੋਂ ਪ੍ਰਭਾਵਿਤ ਹੁੰਦਾ ਹੈ। ਰਾਜਸੀ ਸਰਗਰਮੀ ਦੇ ਖੇਤਰ ਅੰਦਰ ਪ੍ਰਾਪਤੀ ਦੀ ਲਾਲਸਾ ਕਈ ਰੂਪਾਂ 'ਚ ਪ੍ਰਗਟ ਹੁੰਦੀ ਹੈ। ਅਹੁਦੇ, ਮਾਨਤਾ ਤੇ ਸ਼ੋਹਰਤ ਦੀ ਇੱਛਾ ਇਸ ਦੇ ਆਮ ਤੇ ਸੁਭਾਵਿਕ ਰੂਪ ਕਹੇ ਜਾ ਸਕਦੇ ਹਨ। ਹਰ ਮੂਲ ਮਨੁੱਖੀ ਪ੍ਰਵਿਰਤੀ ਵਾਂਗ ਪ੍ਰਾਪਤੀ ਦੀ ਇਹ ਇੱਛਾ ਵੀ ਅਲੱਗ-ਅਲੱਗ ਲੋਕਾਂ ਅੰਦਰ ਅਲੱਗ-ਅਲੱਗ ਮਾਤਰਾ ਵਿੱਚ ਆਪਣਾ ਅਸਰ ਦਿਖਾਉਂਦੀ ਹੈ। ਕਈਆਂ ਦੇ ਰਾਜਸੀ ਅਮਲ ਦਾ ਪ੍ਰਧਾਨ ਪੱਖ ਉਹਨਾਂ ਦੀ ਨੈਤਿਕ ਵਚਨਬੱਧਤਾ ਹੁੰਦੀ ਹੈ। ਇਹ ਗੱਲ ਨਹੀਂ ਕਿ ਉਹਨਾਂ ਅੰਦਰ ਪ੍ਰਾਪਤੀ ਦੀ ਲਾਲਸਾ ਉੱਕਾ ਹੀ ਗਾਇਬ ਹੁੰਦੀ ਹੈ ਜਾਂ ਉਹਨਾਂ ਅੰਦਰ ਅਹੁਦੇ, ਮਾਨਤਾ ਤੇ ਸ਼ੋਹਰਤ ਦੀ ਉੱਕਾ ਹੀ ਕੋਈ ਚਾਹ ਨਹੀਂ ਹੁੰਦੀ। ਅਜਿਹੇ ਆਤਮ ਤਿਆਗੀ ਮੱਠਾਂ ਵਿੱਚ ਭਾਵੇਂ ਮਿਲ ਜਾਣ, ਰਾਜਸੀ ਸੰਗਠਨਾਂ ਵਿੱਚ ਨਹੀਂ ਮਿਲ ਸਕਦੇ। ਅਸਲ ਵਿੱਚ ਆਤਮ ਤਿਆਗ ਤੇ ਰਾਜਨੀਤੀ ਦਾ ਕੋਈ ਸੁਰਮੇਲ ਨਹੀਂ ਹੈ। ਆਮ ਰਾਜਨੀਤੀ ਦੀ ਗੱਲ ਕਰਨੀ ਹੋਵੇ ਤਾਂ ਇਹ ਹੈ ਹੀ ਸਵੈ ਪੂਰਤੀ ਦਾ ਸਾਧਨ। ਭਾਵੇਂ ਇਹ ਬਿਆਨ ਕਿਸੇ ਆਦਰਸ਼ ਜਾਂ ਵਿਚਾਰਧਾਰਾ ਨੂੰ ਪ੍ਰਣਾਈ ਰਾਜਨੀਤੀ ਬਾਰੇ ਪੂਰਨ ਰੂਪ ਵਿੱਚ ਸਹੀ ਨਹੀਂ ਮੰਨਿਆ ਜਾ ਸਕਦਾ,
ਪਰ ਫਿਰ ਵੀ ਅਜਿਹੀ ਆਦਰਸ਼ ਪ੍ਰੇਰਿਤ ਰਾਜਨੀਤੀ ਅੰਦਰ ਵੀ ਮਾਦੀ ਪ੍ਰੇਰਨਾ ਦਾ ਪੱਖ ਉੱਕਾ ਹੀ ਅਲੋਪ ਨਹੀਂ ਹੋ ਸਕਦਾ। ਮਸਲਾ ਇਹ ਹੈ ਕਿ ਦੋਨਾਂ ਚੋਂ ਪ੍ਰਧਾਨ ਪੱਖ ਕਿਹੜਾ ਹੈ। ਇਸ ਤੋਂ ਅੱਗੇ ਜੀ ਅਗਲੇ ਭਾਗ ਵਿੱਚ ਪੜ੍ਹਾਂਗੇ। ਇਸ ਭਾਗ ਦੇ ਲਈ ਇੰਨਾ ਹੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।